TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਸੰਯੁਕਤ ਸਮਾਜ ਮੋਰਚੇ ਬਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ। ਮੁੱਖ ਮੰਤਰੀ ਨੇ ਬੇਰੁਜ਼ਗਾਰਾਂ ਲਈ ਚੁੱਕਿਆ ਇੱਕ ਅਹਿਮ ਕਦਮ, ਦਿੱਤੇ ਖਾਸ ਦਿਸ਼ਾ ਨਿਰਦੇਸ਼। ਰੁਕ ਨਹੀਂ ਰਿਹਾ ਕੇਜਰੀਵਾਲ ਅਤੇ ਖੱਟੜ ਦਰਮਿਆਨ ਤਕਰਾਰ। ਝੋਨੇ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਅਲਟੀਮੇਟਮ। ਖੇਤੀ ਕਾਨੂੰਨਾਂ ਨੂੰ ਲੈ ਕੇ ਮੁੜ ਤੋਂ ਛਿੜੀ ਚਰਚਾ। ਅਕਾਲੀ ਦਲ ਨੇ ਆਪ ਸਰਕਾਰ ਤੇ ਲਾਏ ਗੰਭੀਰ ਦੋਸ਼ ਅਤੇ ਮਿਸ ਪੰਜਾਬਣ ਵਿਵਾਦ ਹੋਰ ਗਹਿਰਾਇਆ। PTC ਚੈਨਲ ਦੇ MD ਨੂੰ ਭੇਜਿਆ ਗਿਆ ਜੇਲ੍ਹ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਪਹਿਲਾਂ ਪ੍ਰੋਗਰਾਮ ਵੇਖ ਸੁਣ ਲੈਣਾ, ਜੇਕਰ ਚੰਗਾ ਲੱਗਿਆ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਸਾਰੀਆਂ ਖਬਰਾਂ ਆਪਣੇ ਇਸ ਪ੍ਰੋਗਰਾਮ ਜਾਂ ਪੰਜਾਬ ਬੋਲਦਾ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ, ਪਰ ਕੁਝ ਕੁ ਖਬਰਾਂ, ਇਹਨਾਂ ਖਬਰਾਂ ਤੋਂ ਇਲਾਵਾ ਆਪਣਾ ਫੇਸਬੁੱਕ ਪੇਜ ਹੈ TVN ਕੈਨੇਡਾ, ਉਹਦੇ ਉੱਤੋਂ ਵੀ ਤੁਹਾਨੂੰ ਮਿਲ ਸਕਦੀਆਂ ਨੇ। ਕਿਰਪਾ ਕਰਕੇ ਜੇਕਰ ਹਾਲੇ ਤੁਸੀਂ ਉੱਥੇ ਕਦੇ ਗੇੜਾ ਨਹੀਂ ਮਾਰਿਆ ਜਾਂ ਤੁਸੀਂ ਉਸ ਨੂੰ ਲਾਈਕ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਤੁਹਾਨੂੰ ਯਾਦ ਹੋਣਾ ਹੈ ਕਿ 382 ਦਿਨ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਚੱਲਿਆ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨੂੰ ਸ਼ੁਰੂ ਕੀਤਾ ਸੀ। ਉਹ ਤੋਂ ਬਾਅਦ ਸਮੁੱਚੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ, ਖਾਸ ਕਰਕੇ ਹਰਿਆਣਾ, ਰਾਜਸਥਾਨ ਤੇ UP ਦੀਆਂ ਜਥੇਬੰਦੀਆਂ ਨੇ ਵੱਡਾ ਯੋਗਦਾਨ ਅਦਾ ਕੀਤਾ ਤੇ ਬਾਕੀ ਜਥੇਬੰਦੀਆਂ ਦੇ ਯੋਗਦਾਨ ਨੂੰ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਪਰ ਜਦੋਂ ਪੰਜਾਬ ਦੇ ਵਿੱਚ ਚੋਣਾਂ ਆਈਆਂ, ਕੁਝ ਜਥੇਬੰਦੀਆਂ ਨੇ ਚੋਣਾਂ ਲੜਨ ਦੇ ਵਾਸਤੇ ਸੰਯੁਕਤ ਸਮਾਜ ਮੋਰਚਾ ਬਣਾ ਲਿਆ ਸੀ ਤੇ ਹੁਣ ਖਬਰ ਮਿਲ ਰਹੀ ਹੈ ਕਿ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ 16 ਕਿਸਾਨ ਜਥੇਬੰਦੀਆਂ ਨੇ ਇੱਕ ਅਹਿਮ ਮੀਟਿੰਗ ਕੀਤੀ ਤੇ ਇਹ ਮੀਟਿੰਗ ਕਿਸਾਨ ਆਗੂ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਦੇ ਮੱਦੇਨਜ਼ਰ ਦੂਸਰੇ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਦੁਬਾਰਾ ਤਾਲਮੇਲ ਕਿਵੇਂ ਬਿਠਾਇਆ ਜਾਵੇ, ਆਪਸ ਦੇ ਵਿੱਚ ਏਕਤਾ ਇਤਫਾਕ ਨੂੰ ਹੋਰ ਕਿਵੇਂ ਵਧਾਇਆ ਜਾਵੇ ਅਤੇ ਏਕਤਾ ਦੇ ਵਿੱਚ, ਤਾਲਮੇਲ ਦੇ ਵਿੱਚ ਅੜਿੱਕਾ ਕੀ ਬਣ ਰਿਹਾ ਹੈ, ਕਿਹੜੇ ਸਵਾਲ ਨੇ, ਉਹਨਾਂ ਨੂੰ ਹੱਲ ਕਰਨ ਦੇ ਵਾਸਤੇ ਜਗਮੋਹਨ ਸਿੰਘ, ਸਤਨਾਮ ਸਿੰਘ ਬਹਿਰੂ, ਮਨਜੀਤ ਸਿੰਘ ਰਾਏ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਰਮਿੰਦਰ ਸਿੰਘ ਪਟਿਆਲਾ, ਇਹ 5 ਮੈਂਬਰਾਂ ਦੀ ਇੱਕ ਅਧਿਕਾਰਤ ਕਮੇਟੀ ਬਣਾ ਦਿੱਤੀ ਗਈ ਹੈ, ਉਹਦਾ ਗਠਨ ਕਰ ਦਿੱਤਾ ਗਿਆ ਹੈ। ਮੀਟਿੰਗ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ MSP ਸਮੇਤ ਹੋਰ ਕਿਸਾਨ ਮੰਗਾਂ ਨੂੰ ਲੈ ਕੇ 11 ਤੋਂ 17 ਅਪ੍ਰੈਲ ਤੱਕ ਜਿਹੜਾ ਮਨਾਇਆ ਜਾ ਰਿਹਾ ਹਫ਼ਤਾ ਸਪਤਾਹ ਹੈ, ਉਹਦੇ ਮੁਤਲਕ ਪ੍ਰਚਾਰ ਕਿਵੇਂ ਕਰਨਾ ਹੈ, ਉਸ ਦੇ ਬਾਬਤ ਵੀ ਫੈਸਲਾ ਕੀਤਾ ਗਿਆ ਹੈ। ਮੀਟਿੰਗ ਦੇ ਵਿੱਚ 9 ਕਿਸਾਨ ਜਥੇਬੰਦੀਆਂ ਦੀ ਅਪੀਲ ਦੇ ਉੱਪਰ ਹੰਗਾਰਾ ਭਰਦਿਆਂ ਹੋਇਆਂ ਦੇਸ਼ ਦੀ ਕਿਸਾਨ ਲਹਿਰ ਨੂੰ ਦਰਪੇਸ਼ ਚੁਣੌਤੀਆਂ ਤੇ ਉਹਨਾਂ ਦੇ ਟਾਕਰੇ ਲਈ ਮਜ਼ਬੂਤ ਜਨਤਕ ਲਹਿਰ ਦੀ ਲੋੜ ਨੂੰ ਵੀ ਮਹਿਸੂਸ ਕੀਤਾ ਗਿਆ ਤੇ 16 ਕਿਸਾਨ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਇਆ। ਮਤਾ ਪਾ ਕੇ ਫੈਸਲਾ ਕਰ ਦਿੱਤਾ ਹੈ ਕਿ ਸੰਯੁਕਤ ਸਮਾਜ ਮੋਰਚੇ ਨਾਲੋਂ ਅਸੀਂ ਵੱਖ ਹੋ ਰਹੇ ਹਾਂ। ਭਾਵ ਹੁਣ 16 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਨਾਲੋਂ ਆਪਣੇ ਆਪ ਨੂੰ ਵੱਖਰੇ ਕਰਨ ਦਾ ਜਨਤਕ ਤੌਰ ਤੇ ਐਲਾਨ ਕਰ ਦਿੱਤਾ ਹੈ ਅਤੇ ਇਹ ਵੀ ਪ੍ਰਣ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਆਪਾਂ ਨੂੰ ਹੋਰ ਉਪਰਾਲੇ ਕਰਨ ਦੀ ਜ਼ਰੂਰਤ ਹੈ। ਮੀਟਿੰਗ ਦੇ ਵਿੱਚ ਖੇਤੀ ਮੋਟਰਾਂ ਦੇ ਨਾਲ ਨਾਲ ਆਮ ਤੌਰ ਤੇ ਜਿਹੜੇ ਬਿਜਲੀ ਕੱਟ ਲੱਗ ਰਹੇ ਨੇ, ਬਿਜਲੀ ਸਪਲਾਈ ਪ੍ਰੋਪਰ ਨਹੀਂ ਹੋ ਰਹੀ, ਉਹਦੇ ਉੱਪਰ ਪੰਜਾਬ ਸਰਕਾਰ ਨੂੰ ਵੀ ਤੁਰੰਤ ਉਸ ਪਾਸੇ ਧਿਆਨ ਦੇਣ ਦੀ ਉਹਨਾਂ ਨੇ ਅਪੀਲ ਕੀਤੀ ਹੈ, ਮੰਗ ਕੀਤੀ ਹੈ ਕਿ ਮੋਟਰਾਂ ਨੂੰ ਘੱਟੋ ਘੱਟ 6 ਘੰਟੇ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾਵੇ ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਣਕ ਦੇ ਭਾਅ ਵਧੇ ਹੋਣ ਕਰਕੇ, ਕਣਕ ਮਹਿੰਗੀ ਹੋਣ ਦੇ ਕਰਕੇ ਕਿਸਾਨਾਂ ਨੂੰ ਕਣਕ ਦੀ ਵਾਜਬ ਕੀਮਤ ਮਿਲੇ। ਇਸ ਵਾਸਤੇ ਕਿਸਾਨ ਜਥੇਬੰਦੀਆਂ ਨੇ ਕਣਕ ਦੀ MSP ਦੇ ਉੱਪਰ 1000 ਰੁਪਏ ਬੋਨਸ ਦੇਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਰਾਹੀਂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਰਕਾਰ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਜਨਤਕ ਵੰਡ ਪ੍ਰਣਾਲੀ ਰਾਹੀਂ ਗਰੀਬਾਂ ਤੇ ਲੋੜਵੰਦਾਂ ਨੂੰ ਸਸਤਾ ਅਨਾਜ ਮੁਹੱਈਆ ਕਰਵਾ ਸਕੇ। ਮੀਟਿੰਗ ਦੇ ਵਿੱਚ ਪ੍ਰੀਪੇਡ ਮੀਟਰ ਲਗਾਉਣ ਦੇ ਸਰਕਾਰ ਦੇ ਫੈਸਲੇ ਦੀ ਵੀ ਨਿਖੇਧੀ ਕੀਤੀ ਗਈ। ਇਹਨਾਂ ਮੀਟਰਾਂ ਦੇ ਵਿਰੁੱਧ ਪਿੰਡ ਪੱਧਰ ਤੇ ਲਾਮਬੰਦੀ ਕਰਦੇ ਹੋਏ ਇਹਨਾਂ ਦਾ ਵਿਰੋਧ ਕਰਨ ਦਾ ਫੈਸਲਾ ਇਸ ਮੀਟਿੰਗ ਵਿੱਚ ਕੀਤਾ ਗਿਆ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਹੋਇਆ ਮਨਜੀਤ ਸਿੰਘ ਰਾਏ ਨੇ ਕਿਹਾ
ਕਿ 9 ਕਿਸਾਨ ਜਥੇਬੰਦੀਆਂ ਪਹਿਲਾਂ ਹੀ ਵੱਖ-ਵੱਖ ਸਮੇਂ ਤੇ ਸੰਯੁਕਤ ਸਮਾਜ ਮੋਰਚੇ ਨਾਲੋਂ ਦੂਰੀ ਬਣਾ ਚੁੱਕੀਆਂ ਨੇ ਅਤੇ 7 ਹੋਰ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਨਾਲੋਂ ਦੂਰੀ ਬਣਾ ਲਈ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਬਾਕੀ ਕਿਸਾਨ ਆਗੂਆਂ ਨੂੰ ਵੀ ਸਿਆਸੀ ਤੌਰ ਤੇ ਸੰਯੁਕਤ ਸਮਾਜ ਮੋਰਚੇ ਵਜੋਂ ਸਰਗਰਮ ਰਹਿਣ ਦੇ ਆਪਣੇ ਫੈਸਲੇ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ ਅਤੇ ਆਖਿਆ ਹੈ ਕਿ ਆਓ ਆਪਾਂ ਇੱਕ ਵਾਰ ਫਿਰ ਤੋਂ ਇਕੱਠੇ ਹੋਈਏ। ਹੁਣ ਵੇਖਦੇ ਹਾਂ ਕਿ ਸੰਯੁਕਤ ਸਮਾਜ ਮੋਰਚੇ ਵਾਲੀਆਂ ਜਥੇਬੰਦੀਆਂ ਜਿੰਨੀਆਂ ਰਹਿ ਗਈਆਂ ਨੇ ਕਿ ਉਹ ਵੀ ਇਹਨਾਂ ਦੇ ਨਾਲ ਇਤਫਾਕ, ਇਹਨਾਂ ਦੇ ਨਾਲ ਵਾਪਸ ਆਉਂਦੀਆਂ ਨੇ ਜਾਂ ਨਹੀਂ। ਪਰ ਦੂਸਰੇ ਪਾਸੇ ਜਿਹੜੀ ਇਹਨਾਂ ਦੀ ਇੱਕ ਮੰਗ ਹੈ ਕਿ ਸਰਕਾਰੀ ਖਰੀਦ ਏਜੰਸੀਆਂ ਕਣਕ ਦੀ ਖਰੀਦ ਕਰਨ। ਪਰ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਜਿਹੜੇ ਅਦਾਰਿਆਂ ਦਾ, ਜਿਹੜੇ ਘਰਾਣਿਆਂ ਦਾ ਕਿਸਾਨ ਵਿਰੋਧ ਕਰਦੇ ਰਹੇ, ਹੁਣ ਉਹਨਾਂ ਦੀ ਗੋਦਾਮਾਂ ਦੇ ਵਿੱਚ ਕਤਾਰਾਂ ਬੰਨ੍ਹ ਕੇ ਕਿਸਾਨ ਜਾ ਰਿਹਾ। ਉਹਨਾਂ ਵਿੱਚੋਂ ਕਈਆਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਯਾਦ ਹੈ ਕਿ 700 ਤੋਂ ਵੱਧ ਜਾਨਾਂ ਦਿੱਤੀਆਂ, ਤੁਹਾਨੂੰ ਪਤਾ ਕਿ 382 ਦਿਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋ। ਕਹਿੰਦੇ ਅਸੀਂ ਤਾਂ ਕਦੇ ਧਰਨੇ 'ਚ ਹੀ ਨਹੀਂ ਸੀ ਗਏ। ਅੱਗੇ ਚੱਲ ਕੇ ਖਬਰ ਸਾਂਝੀ ਕਰਾਂਗੇ ਕਿ ਸਰਕਾਰ ਦੀ ਮਨਸ਼ਾ ਨਿਕਲ ਕੇ ਬਾਹਰ ਆਉਣ ਲੱਗ ਪਈ ਹੈ ਤੇ ਆਹ ਖਬਰਾਂ ਉਹਨਾਂ ਦੀ ਮਨਸ਼ਾ ਨੂੰ ਬਲ ਦੇਣਗੀਆਂ। ਪਰ ਉਹਦੇ ਤੋਂ ਪਹਿਲਾਂ ਕੁਝ ਇੱਕ ਹੋਰ ਖਬਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਜਾਵਾਂ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਅੰਤਾਂ ਦੀ ਹੈ। ਸੱਚਮੁੱਚ ਬਹੁਤ ਪੜ੍ਹਿਆ ਲਿਖਿਆ ਨੌਜਵਾਨ ਤੁਰਿਆ ਫਿਰਦਾ ਹੈ ਜਿਹੜਾ ਰੁਜ਼ਗਾਰ ਦੀ ਤਲਾਸ਼ ਦੇ ਵਿੱਚ ਹੈ। ਪਰ ਸਾਰੇ ਪੜ੍ਹੇ ਲਿਖੇ ਨੌਜਵਾਨਾਂ ਨੂੰ, ਮੁਟਿਆਰਾਂ ਨੂੰ ਸਰਕਾਰੀ ਨੌਕਰੀਆਂ ਤਾਂ ਦਿੱਤੀਆਂ ਨਹੀਂ ਜਾ ਸਕਦੀਆਂ। ਇਸ ਕਰਕੇ ਉਹਨਾਂ ਨੂੰ ਜਾਂ ਤਾਂ ਰੁਜ਼ਗਾਰ ਪੈਦਾ ਕਰਨੇ ਪੈਣਗੇ ਜਾਂ ਪੰਜਾਬ ਦੇ ਵਿੱਚ ਉਦਯੋਗ ਪੱਖੀ ਮਾਹੌਲ ਸਿਰਜਣਾ ਪਊ। ਆਹ ਉਦਯੋਗ ਪੱਖੀ ਮਾਹੌਲ ਸਿਰਜਣ ਦੀ ਲੋੜ ਤੇ ਜ਼ੋਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ। ਕੱਲ ਉਦਯੋਗ ਵਿਭਾਗ ਨੂੰ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਕਿ ਉਦਯੋਗਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਭਾਵ NOC ਪ੍ਰਦਾਨ ਕਰਨ ਲਈ ਸਿੰਗਲ ਵਿੰਡੋ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਇਹਨੂੰ ਮਜ਼ਬੂਤ ਕਰਨ ਵਾਸਤੇ ਅੰਤਰ ਵਿਭਾਗੀ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ। ਇਹਦੇ ਤੋਂ ਇਲਾਵਾ ਰੁਜ਼ਗਾਰ ਪੈਦਾ ਕਰਨ ਵਾਲੇ ਉਦਯੋਗ ਨੂੰ ਆਕਰਸ਼ਿਤ ਕਰਨ ਲਈ ਨੀਤੀਆਂ ਘੜੀਆਂ ਜਾਣ। ਉਦਯੋਗ ਅਤੇ ਵਪਾਰ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਖੁਦ ਮੁੱਖ ਮੰਤਰੀ ਮਾਨ ਹੋਰਾਂ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਅਤੇ ਲੋਕ ਪੱਖੀ ਮਾਹੌਲ ਸਿਰਜੋ ਤਾਂ ਕਿ ਸਾਡੀ ਸਰਕਾਰ ਦੇ ਉਪਰਾਲੇ ਪੰਜਾਬ ਦੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇ ਸਕਣ। ਉਹਨਾਂ ਨੇ ਉਦਯੋਗ ਵਿਭਾਗ ਨੂੰ ਅਜਿਹੇ ਉਦਯੋਗ ਆਕਰਸ਼ਿਤ ਕਰਨ ਵਾਲੀ ਨੀਤੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹੈ ਕਿ ਪੰਜਾਬ ਵਿੱਚ ਉਦਯੋਗਾਂ ਲਈ ਜਲਦੀ ਇੱਕ ਸਾਜ਼ਗਾਰ ਮਾਹੌਲ ਤਿਆਰ ਹੋਵੇ। ਉਹ ਕਹਿੰਦੇ ਅਸੀਂ ਆਪਣੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਿਸ਼ਾਲ ਮੌਕੇ ਪੈਦਾ ਕਰਨੇ ਚਾਹੁੰਦੇ ਹਾਂ ਅਤੇ ਉਦਯੋਗ ਨੂੰ ਆਕਰਸ਼ਿਤ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨਾਲ ਰੁਜ਼ਗਾਰ ਦੇ ਨਵੇਂ-ਨਵੇਂ ਮੌਕੇ ਪੈਦਾ ਹੋਣ ਤੇ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਖਤਮ ਹੋਵੇ। ਨਵੇਂ ਉਦਯੋਗਾਂ ਨੂੰ NOC ਪ੍ਰਦਾਨ ਕਰਨ ਲਈ ਸਿੰਗਲ ਵਿੰਡੋ ਸਿਸਟਮ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਸਿਸਟਮ ਨੂੰ ਹੋਰ ਬਿਹਤਰ ਬਣਾਉਣ ਲਈ ਮੁੜ ਮਹੱਤਵਪੂਰਨ ਨਿਰੀਖਣ ਕੀਤੇ। ਵਿਭਾਗ ਨੂੰ ਨਿਵੇਸ਼ਕਾਂ ਲਈ ਕੁਸ਼ਲ, ਪਾਰਦਰਸ਼ੀ ਅਤੇ ਮੁਸ਼ਕਲ ਰਹਿਤ ਸੇਵਾਵਾਂ ਯਕੀਨੀ ਬਣਾਉਣ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਨੇ। ਉਹਨਾਂ ਨੇ ਆਖਿਆ ਕਿ ਜੇਕਰ ਜਿਹੜੀਆਂ ਤਬਦੀਲੀਆਂ ਕੋਈ ਨੀਤੀ ਵਿੱਚ ਲਿਆਉਣ ਦੀ ਲੋੜ ਹੈ ਤੇ ਲੈ ਕੇ ਆਓ ਤਾਂ ਕਿ ਉਦਯੋਗ ਲਾਉਣ ਵਾਲੇ ਉਦਯੋਗਪਤੀ ਪੰਜਾਬ ਵੱਲ ਮੁਹਾਰਾ ਮੋੜ ਲੈਣ ਆਉਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਉਹਨਾਂ ਨੇ ਕਿਹਾ ਕਿ ਸਫਲਤਾ ਆਪਣੇ ਆਪ ਬੋਲਦੀ ਹੈ ਅਤੇ ਉਦਯੋਗਪਤੀ ਰਾਜ ਦੀਆਂ ਨੀਤੀਆਂ ਤੇ ਪਹਿਲ ਕਦਮੀਆਂ ਦੀ ਖੁਦ ਪ੍ਰਸ਼ੰਸਾ ਕਰਨਗੇ। ਸਾਨੂੰ ਨਹੀਂ ਬੋਲਣਾ ਪਏਗਾ, ਸਾਡਾ ਕੰਮ ਬੋਲੇਗਾ। ਇਸੇ ਦੌਰਾਨ ਉਦਯੋਗ ਅਤੇ ਵਣਜ ਵਿਭਾਗ ਦੇ ਮੁੱਖ ਸਕੱਤਰ ਤੇਜਵੀਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਉਦਯੋਗ ਦੀ ਮੌਜੂਦਾ ਵਿਕਾਸ ਦਰ, ਇਸ ਸੈਕਟਰ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਅਤੇ ਦਰਪੇਸ਼ ਜਿਹੜੀਆਂ ਪ੍ਰਮੁੱਖ ਚੁਣੌਤੀਆਂ ਨੇ ਉਹਨਾਂ ਦੇ ਬਾਰੇ ਵੀ ਜਾਣੂ ਕਰਵਾਇਆ। ਮੀਟਿੰਗ ਦੇ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਸਕੱਤਰ ਵੇਣੂ ਪ੍ਰਸਾਦ, ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੇ CEO ਰਜਤ ਅਗਰਵਾਲ, ਉਦਯੋਗ ਅਤੇ ਵਣਜ ਡਾਇਰੈਕਟਰ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ। ਦੇਖੋ, ਕਦਮ ਉਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਪਿਛਲੇ ਤਾਣੇ ਬਾਣੇ ਨੂੰ ਸੁਲਝਾਉਣ ਨੂੰ ਥੋੜਾ ਸ਼ਾਇਦ ਸਮਾਂ ਲੱਗ ਸਕਦਾ ਹੈ। ਇਸ ਗੱਲ ਦੇ ਬਾਬਤ ਬੀਤੇ ਦਿਨੀ ਭਗਵੰਤ ਮਾਨ ਹੋਰਾਂ ਨੇ ਖੁਦ ਆਖਿਆ ਸੀ ਕਿ ਮੈਨੂੰ ਤੁਹਾਡੇ ਨਾਲ ਕੀਤੇ ਵਾਅਦੇ ਤੇ ਤੁਹਾਡੀਆਂ ਮੰਗਾਂ ਇਕੱਲੀ ਇਕੱਲੀ ਯਾਦ ਹੈ, ਚੇਤੇ ਹੈ। ਤੇ ਕੱਲ ਇਹੋ ਹੀ ਗੱਲ ਆ ਕਿ ਆਮ ਆਦਮੀ ਪਾਰਟੀ ਕੁਝ ਕਰੂਗੀ ਕਿ ਨਹੀਂ। ਸੁਖਬੀਰ ਬਾਦਲ ਹੋਰਾਂ ਨੂੰ ਪੁੱਛ ਲਿਆ ਗਿਆ ਸੀ, ਉਹਨਾਂ ਨੇ ਵੀ, ਹਾਲਾਂਕਿ ਉਹ ਵਿਰੋਧੀ ਨੇ, ਉਹਨਾਂ ਨੇ ਵੀ ਆਖਿਆ ਸੀ ਕਿ ਸਰਕਾਰ ਨੂੰ ਕੰਮ ਕਰਨ ਦਾ ਹਾਲੇ ਸਮਾਂ ਦਿਓ ਤੇ ਉਹਨਾਂ ਨੂੰ ਕੰਮ ਕਰਨ ਦਿਓ, ਅੱਗੇ ਵੇਖਾਂਗੇ ਕੀ ਹੁੰਦਾ ਹੈ। ਤੇ ਹੁਣ ਪੰਜਾਬ ਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ, ਇਹ ਆਪ ਸਰਕਾਰ ਫੈਸਲਾ ਕਰ ਚੁੱਕੀ ਹੈ। ਕੀ ਇਹ ਹਰਿਆਣੇ ਵਿੱਚ ਹੋਵੇਗਾ? ਇਸ ਦੇ ਨਾਲ ਸੰਬੰਧਿਤ ਆਪਾਂ ਖਬਰ ਕੱਲ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀ ਸੀ
कि हरियाणा के मुख्य मंत्री का मनशा की है, नीयत की है, नीति की है, उन्होंने बयान तो ਜ਼ਾਹਰ ਹੁੰਦੀ ਸੀ। पर लगता सी कि शायद ये बयान ਇੱਥੇ ही सिमट के रह जाएंगे। पर खट्टर ਅਤੇ केजरीवाल के दरम्यान एक विधायक एक ਪੈਨਸ਼ਨ ਨੂੰ ਲੈ ਕੇ शुरू होया विवाद रोकण का नाम नहीं लै रहा। हरियाणा के मुख्य मंत्री मनोहर लाल खट्टर ने कल केजरीवाल ਨੂੰ आख्या सी कि केजरीवाल की बुद्धि भ्रिष्ट हो चुकी है। तो हुण आम आदमी पार्टी ने एक ट्वीट किया तो ट्वीट के नाल एक फोटो भी शेयर की है। फोटो के विचों स्कूल दिख रहा है जिथे हरियाणा के मुख्य मंत्री मनोहर लाल खट्टर 6वीं जमात तो लैके 10वीं जमात तक पढ़े ने। आम आदमी पार्टी ने ट्वीट करदਿਆਂ लिखिया कि जिथे मुख्य मंत्री खट्टर खुद पढ़े होण आ उस स्कूल की तस्वीर है। की हालात ने कहते तस्वीर देख के अंदाज़ा लाओ कि बुद्धि भ्रिष्ट किहदी है, बुद्धि ठीक किहदी है। मनोहर लाल खट्टर ने कहा कि अरविंद केजरीवाल की बुद्धि ठीक नहीं, पर वो कहते खट्टर जिहड़े स्कूल च पढ़े है उहदी हालत देखो, लगदा कि खट्टर के पास बुद्धि होगी। उन्होंने क्वेश्चन मार्क किया, सवाल किया। इस मौके फोटो के विच स्कूल की इमारत खस्ता नज़र आ रही है। उन्होंने तंज कसिया कि घट्टो घट्ट जिहड़े स्कूल विच मुख्य मंत्री साहब तुसीं पढ़े हो उहदी हालत सुधार लेंदे, असीं तां सारे स्कूलों दीयां हालतां सुधारियां ने। दसना बनता है कि मुख्य मंत्री मनोहर लाल खट्टर 2 दिन पहलां रोहतक के पिंड भाली आनंदपुर दे विच पहुंचे सी। जिहड़े स्कूल दे विच ओह बचपन च पढ़िया करदे सी उत्थे नवीं इमारत का उद्घाटन करने वास्ते गए सी ते नाल ही उन्होंने एक पुरानी इमारत की फोटो यादां दे वजों फेसबुक के उत्ते अपलोड की सी। वो तस्वीर उन्होंने ट्वीट की है कि आह देखो मुख्य मंत्री की बुद्धि। सो हुण हाले भी एक पेंशन एक विधायक वाला वो जिहड़ा मसला रोकण का नाम नहीं लै रहा। हुंदा तां चंगा क्योंकि लोक हित की नीति है। कल के प्रोग्राम में हरियाणे के बहुत सारे दर्शकों ने हेठां कमेंट लिखे सी कि स्टाफ चाहुंदे आ, पर नाल कई कमेंट ये भी सी वो भाजपा नूं पढ़ लैणे चाहिए। वो कहते कोई नहीं, जे भाजपा वाले नहीं करनगे अगली बारी असीं इन्हां नूं उड़ाद देंगे, जिहड़े एक विधायक एक पेंशन करनगे सी उन्हां नूं लै आवांगे। खट्टर साहब ध्यान दिओ लोक की चाहुंदे है। ते अगली झोने की खरीद नूं लैके एक अल्टीमेटम दिता गया है। तुहानूं याद होना है कि मैं जदों किसानी संघर्ष चलदा सी उस तो बाद भी बड़ी बड़ियां टिप्पणियां कीतियां ने कि खेती कानून जिहड़े बने सी, खेती कानून बना कौन सकता है, सिर्फ सूबा सरकारां, कि मुख्य मंत्री नूं गलबात करनी चाहिए सी प्रधानमंत्री नाल। जे गलबात किसी तणपत्तन नहीं सी लगदी तां धरने ते भी बाहर बैठ जाना चाहिए सी, पर उन्होंने कीता नहीं। पर आ केंद्र सरकार के खिलाफ एक सूबे के मुख्य मंत्री धरना ला के बैठे है। क्यों बैठे है ये खबर खुलासा करूगी। मिली जानकारी के अनुसार केंद्र सरकार की झोना खरीद नीति के खिलाफ प्रदर्शन तेज कर दिता तेलंगाना के मुख्य मंत्री के चंद्रशेखर राव ने। उन्होंने सूबे के विचों झोना खरीदण नूं प्रधानमंत्री नरेंद्र दामोदर दास मोदी की अगवाई वाली सरकार नूं जवाब देने लई एक अल्टीमेटम दिता। दिते भी घंटे सिर्फ 24 ने। मुख्यमंत्री राव ने धमकी दी है एक किस्म की कि जेकर केंद्र सरकार ने जवाब ना दिता ना साडा तां ओह देश भर दे विच प्रदर्शन करनगे। तेलंगाना की सत्ता ते काबज़ होने तो बाद तेलंगाना राष्ट्र समिति का दिल्ली दे विच ये पहला धरना है। तेलंगाना भवन च दिते जा रहे धरने च पार्टी के कार्यकारी प्रधान अते मुख्यमंत्री के पुत्र टी रामा राव, पार्टी के संसद मैंबर, पार्टी के विधायक अते कैबिनेट मंत्री भी हाज़र सी। इन्हां सबना दे नाल एकजुटता दिखाउण दे वास्ते उगे किसान आगू राकेश टिकैत भी धरने दे विच पहुंचे हुए सी। प्रधानमंत्री मोदी नूं चेतावनी दिंदिआं मुख्यमंत्री राव ने आख्या है कि किसानां दीआं भावनावां नाल ना खेडो, उन्हां कोल सरकार नूं डेगण दी ताकत है। वो कहंदे इतिहास गवाह है जदों भी किसान मुश्किल च आए जां मुश्किल च पाए तां सारियां सरकारां धड़म डिग्गियां। वो कहंदे मैं हत्थ जोड़दा मोदी जी अते पीयूष गोयल जी, तुहानूं अपील करदा कि तुसीं होरनां सूबिਆਂ ਦੇ वांग तेलंगाना दे विच्चों भी झोना खरीदना शुरू करो। कहंदे असीं तुहानूं 24 घंटे तक दा अल्टीमेटम दिंदे हां ते तुहाडे जवाब दी उਡੀਕ करांगे अते जेकर तुहाडा कोई जवाब ना आया तां उहदे तो बाद फिर असीं अगला फैसला लवांगे। मुख्यमंत्री राव ने कहा कि जेकर केंद्र ने जवाब ना दिता तां देश भर दे विच प्रदर्शन तेज करनगे। उन्होंने कहा कि देश के किसान भिखारी नहीं, वो अपनी फसल का घट्टो घट्ट समर्थन मुल मंग रहे हैं।
ਉਹ ਕਹਿੰਦੇ ਤੇਲੰਗਾਨਾ ਦੇ ਕਿਸਾਨਾਂ ਦਾ ਝੋਨਾ ਮੌਜੂਦਾ ਸੀਜ਼ਨ ਦੇ ਵਿੱਚ ਨਾ ਖਰੀਦ ਕੇ ਉਹਨਾਂ ਦੇ ਨਾਲ ਬੇਇਨਸਾਫੀ ਕਰ ਰਹੀ ਹੈ ਕੇਂਦਰ ਸਰਕਾਰ। ਉਹਨਾਂ ਦੋਸ਼ ਲਗਾਇਆ ਕਿ ਉਹਨਾਂ ਦੇ ਮੰਤਰੀਆਂ ਤੇ ਸੰਸਦ ਮੈਂਬਰਾਂ ਦੇ ਨਾਲ ਵੀ ਵਤੀਰਾ ਸਰਕਾਰ ਦਾ ਚੰਗਾ ਨਹੀਂ। ਕਹਿੰਦੇ ਜਦੋਂ ਉਹ ਕੇਂਦਰੀ ਖੁਰਾਕ ਮੰਤਰੀ ਪਿਊਸ਼ ਗੋਇਲ ਨੂੰ ਮਿਲਣ ਵਾਸਤੇ ਪਹੁੰਚੇ ਤਾਂ ਉਹਨਾਂ ਨੂੰ ਕਈ ਘੰਟਿਆਂ ਤੱਕ ਉਡੀਕ ਕਰਨ ਵਾਸਤੇ ਆਖਿਆ ਗਿਆ। ਉਹਨਾਂ ਇਹ ਵੀ ਦੋਸ਼ ਲਗਾਇਆ ਹੈ ਕਿ ਕੇਂਦਰ ਦੀ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਵਾਲੀ ਨੀਤੀ ਹੈ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਸੰਗਠਿਤ ਖੇਤੀ ਨੀਤੀ ਲੈ ਕੇ ਆਵੇ ਜਿਹੜੀ ਕਿਸਾਨਾਂ ਦੇ ਹਿੱਤ ਵਿੱਚ ਹੋਵੇ। ਤੁਸੀਂ ਦੇਖੋ ਕਿ ਇੱਕ ਪਾਸੇ ਸੂਬੇ ਦਾ ਮੁੱਖ ਮੰਤਰੀ ਧਰਨਾ ਲਾ ਕੇ ਬੈਠਾ ਹੈ, ਪਰ ਦੂਸਰੇ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਮੁੜ ਕੇ ਚਰਚਾ ਛਿੜ ਗਈ ਹੈ। ਚਰਚਾ ਛਿੜੀ ਕੀ ਹੈ? ਚਰਚਾ ਛਿੜੀ ਕਿਉਂ ਹੈ? ਬਹੁਤ ਮਹੱਤਵਪੂਰਨ ਹੈ। ਕੇਂਦਰੀ ਨੀਤੀ ਆਯੋਗ ਹੈ, ਉਹਦੇ ਮੈਂਬਰ ਨੇ ਰਮੇਸ਼ ਚੰਦਰ ਹੋਰਾਂ ਦੇ ਵੱਲੋਂ ਬੀਤੇ ਦਿਨੀ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸਿਆ ਗਿਆ। ਉਹਨਾਂ ਨੇ ਇਹ ਆਖਿਆ ਕਿ ਜਿਹੜੇ ਰੱਦ ਕੀਤੇ ਗਏ ਖੇਤੀ ਕਾਨੂੰਨ ਸੀ ਉਹਨਾਂ ਨੂੰ ਸੋਧ ਕੇ ਨਵੇਂ ਸਿਰਿਓਂ ਲਿਆਉਣਾ ਚਾਹੀਦਾ। ਨਵੇਂ ਸਿਰਿਓਂ ਫੇਰ ਸੋਧ ਕੇ ਲਿਆਉਣਾ ਚਾਹੀਦਾ। ਇਸ ਬਿਆਨ ਤੋਂ ਬਾਅਦ ਖੇਤੀ ਕਾਨੂੰਨਾਂ ਨੂੰ ਲੈ ਕੇ ਮੁੜ ਚਰਚਾ ਛਿੜ ਗਈ ਹੈ। ਦੱਸਣਾ ਬਣਦਾ ਕਿ ਭਾਜਪਾ ਕੌਮੀ ਕਾਰਜਕਾਰਨੀ ਦੇ ਮੈਂਬਰ ਨੇ ਹਰਜੀਤ ਗਰੇਵਾਲ ਨੇ ਵੀ ਨੀਤੀ ਆਯੋਗ ਦੇ ਮੈਂਬਰ ਦੀ ਹਮਾਇਤ ਕਰ ਦਿੱਤੀ ਹੈ ਤੇ ਬਿਆਨ ਦਿੱਤਾ ਹੈ। ਉਹਨਾਂ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਮੁੜ ਸਰਗਰਮ ਹੋ ਗਈਆਂ ਨੇ ਅਤੇ ਕਿਸਾਨ ਆਗੂ ਆਖ ਰਹੇ ਹੈ ਕਿ ਜੇਕਰ ਕੇਂਦਰ ਸਰਕਾਰ ਮੁੜ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰੇਗੀ ਤਾਂ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚੋਂ ਲਾਗੂ ਨਹੀਂ ਹੋਣ ਦੇਣਗੇ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰੇ। ਦੱਸਣਾ ਬਣਦਾ ਕਿ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦਰ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਦੇ ਨਾਲ ਸਰਕਾਰ ਦੀ ਕਿਸਾਨਾਂ ਨੂੰ ਫਸਲਾਂ ਦੇ ਵੱਧ ਮੁੱਲ ਦਿਵਾਉਣ ਦੀ ਨੀਤੀ ਨੂੰ ਝਟਕਾ ਲੱਗਿਆ ਹੈ। ਪਰ ਰਮੇਸ਼ ਚੰਦਰ ਜੀ ਇੱਥੇ ਟਿੱਪਣੀ ਕਰਦੇ ਆ, ਉਹ ਕਾਨੂੰਨ ਰੱਦ ਹੋ ਗਏ, MSP ਮੰਨ ਲਓ 2000 ਕਣਕ ਤੇ ਦਿੱਤੀ ਹੈ, ਦੇ ਦਿਓ 2400। ਜੇ ਸਰਕਾਰ ਨੇ ਭਲਾਈ ਕਰਨਾ ਹੈ, ਆਮਦਨ ਦੁੱਗਣੀ ਉਹ ਕਰਨੀ ਹੈ, ਦੇ ਦਿਓ ਰੇਹਾਂ ਸਪਰੇਹਾਂ ਤੇ ਸਬਸਿਡੀ ਅੱਧ ਮੁੱਲ ਤੇ ਦੇ ਦਿਓ, ਮੁੱਲ ਭਾਵੇਂ ਨਾ ਵੀ ਵਧਾਇਓ। ਪਰ ਉਹ ਕਹਿੰਦੇ ਕਿ ਝਟਕਾ ਲੱਗਿਆ, ਵੱਧ ਮੁੱਲ ਦੇਣਾ ਸੀ ਕਿਸਾਨਾਂ ਨੂੰ ਸਰਕਾਰ ਨੇ। ਉਹਨਾਂ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਿੱਚ ਮਦਦਗਾਰ ਸਾਬਤ ਹੋਣੇ ਸੀ। ਉਹਨਾਂ ਇਹ ਵੀ ਕਿਹਾ ਕਿ ਖੇਤੀ ਸੁਧਾਰਾਂ ਲਈ ਇਹ ਕਾਨੂੰਨ ਜ਼ਰੂਰੀ ਹੈ। ਤੇ ਆ ਜਦੋਂ ਬਿਆਨ ਆ ਗਿਆ ਉਹਨਾਂ ਦਾ, ਤੇ ਹਰਜੀਤ ਗਰੇਵਾਲ ਤਾਂ ਕਈ ਦਿਨ ਦਾ ਹੱਥਾਂ ਤੇ ਦੰਦੀਆਂ ਵੱਢਦਾ ਸੀ, ਨਾਲ ਬਿਆਨ ਉਹਦਾ ਵੀ ਆ ਗਿਆ। ਹਰਜੀਤ ਗਰੇਵਾਲ ਕਹਿੰਦਾ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਬੜੇ ਜ਼ਰੂਰੀ ਨੇ। ਉਹ ਕਹਿੰਦੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਕੇ ਖੇਤੀ ਕਾਨੂੰਨ ਬਣਾ ਲੈਣੇ ਚਾਹੀਦੇ ਹੈ। ਖੇਤੀ ਘਾਟੇ ਦਾ ਧੰਦਾ ਬਣਦੀ ਜਾ ਰਹੀ ਹੈ, ਕਿਸਾਨ ਕਰਜ਼ੇ ਦੀ ਮਾਰ ਹੇਠ ਨੇ, ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਇਸ ਲਈ ਖੇਤੀ ਕਾਨੂੰਨਾਂ ਨੂੰ ਮੁੜ ਬਣਾ ਕੇ ਕਿਸਾਨਾਂ ਦੀ ਬਿਹਤਰੀ ਵਾਸਤੇ ਲਾਗੂ ਕਰਨਾ ਸਮੇਂ ਦੀ ਲੋੜ ਹੈ। ਤੇ ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਕਿਸਾਨ ਆਗੂਆਂ ਨੇ ਆਖਿਆ ਕਿ ਨੀਤੀ ਆਯੋਗ ਦਾ ਮੈਂਬਰ ਹੈ ਨਾ ਜਿਹੜਾ, ਉਹਦਾ ਇਹ ਬਿਆਨ ਸਾਨੂੰ ਗਵਾਰਾ ਨਹੀਂ, ਸਾਨੂੰ ਠੀਕ ਨਹੀਂ ਲੱਗਦਾ। ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਆਖਿਆ ਕਿ ਮੁੜ ਕਾਨੂੰਨ ਲਿਆਉਣ ਬਾਰੇ ਨਾ ਸੋਚਿਓ, ਜੇ ਇੰਜ ਹੋਇਆ ਤਾਂ ਦੁਬਾਰਾ ਸੰਘਰਸ਼ ਭਖਾਇਆ ਜਾਊ। ਕਈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਅਤ ਕੀ ਹੈ, ਨੀਤੀ ਕੀ ਆ, ਆਹ ਬਿਆਨ ਉਹਨਾਂ ਦਾ ਭੇਤ ਹੈ ਜਿਹੜਾ ਗੁੱਝਾ ਉਹ ਜ਼ਾਹਰ ਕਰਦਾ ਹੈ। ਪਰ ਉਹ ਕਹਿੰਦੇ ਕਿਸਾਨ ਕਿਸੇ ਵੀ ਹਾਲਤ ਦੇ ਵਿੱਚ ਦੁਬਾਰਾ ਰੱਦ ਕੀਤੇ ਖੇਤੀ ਕਾਨੂੰਨਾਂ ਨੂੰ ਸੋਧਾਂ ਦੀ ਆੜ ਦੇ ਹੇਠ ਲਿਆਉਣ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਕੇਂਦਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਬਾਕੀ ਮੰਗਾਂ ਜਿਹੜੀਆਂ ਜਦੋਂ ਕਿਸਾਨ ਆਪਣਾ ਸੰਘਰਸ਼ ਸਮਾਪਤ ਕਰਕੇ ਲਿਖਤੀ ਸਮਝੌਤੇ ਤੋਂ ਬਾਅਦ ਆਏ ਸੀ, ਉਹਨਾਂ ਵੱਲ ਧਿਆਨ ਦਿਓ। ਕਹਿੰਦੇ ਜੇਕਰ ਸਰਕਾਰ ਨੇ ਦੁਬਾਰਾ ਇੱਕੋ ਜਿਹੀ ਚਾਲ ਚੱਲੀ ਤਾਂ ਕਿਸਾਨ ਆਗੂਆਂ ਨੇ ਆਖਿਆ ਕਿ ਉਹ ਪਹਿਲਾਂ ਨਾਲੋਂ ਵੀ ਵੱਡੇ ਮੋਰਚੇ ਦਾ ਸਾਹਮਣਾ ਕਰਨ ਵਾਸਤੇ ਫਿਰ ਤਿਆਰ ਰਹੇ। ਤੇ ਹੁਣ ਅਗਲੀ ਜਿਹੜੀ ਖਬਰ ਹੈ ਉਹ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਖਬਰ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਈ ਦੋਸ਼ ਮੜੇ ਹੈ। ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਜੇਲ੍ਹ ਦੇ ਵਿੱਚ ਮਾਨਸਿਕ ਤਸ਼ੱਦਦ ਕੀਤਾ ਜਾ ਰਿਹਾ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਉਹਨਾਂ ਨੇ ਵੀ ਇਹ ਗੱਲ ਆਖੀ ਸੀ ਕਿ ਮਜੀਠੀਆ ਦੇ ਉੱਤੇ ਤਸ਼ੱਦਦ ਹੋ ਰਿਹਾ ਹੈ, ਉਹਨਾਂ ਨੂੰ ਮਾਨਸਿਕ ਤੌਰ ਤੇ ਤੋੜਨ ਦੇ ਯਤਨ ਕੀਤੇ ਜਾ ਰਹੇ ਨੇ ਅਤੇ ਨਾਲ ਹੀ ਆਖਿਆ ਸੀ ਕਿ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ। ਨਾਲ ਹੀ ਅਕਾਲੀ ਦਲ ਨੇ PTC ਦੇ MD ਰਵਿੰਦਰ ਨਾਰਾਇਣਨ ਨੂੰ ਝੂਠੇ ਕੇਸ ਵਿੱਚ ਫਸਾ ਕੇ
ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਹੈ ਅਤੇ ਆਖਿਆ ਕਿ ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ਤੇ ਉਤਰ ਆਈ ਹੈ। ਹੁਣ ਜਦੋਂ ਕੋਈ ਕਹਿੰਦਾ ਕਿ ਸਿਆਸੀ ਬਦਲਾਖੋਰੀ ਜਾਂ ਬਦਲਾਖੋਰੀ ਦੀ ਭਾਵਨਾ, ਮੈਂ ਫਿਰ ਕਈ ਵਾਰੀ ਪਹਿਲਾਂ ਵੀ ਟਿੱਪਣੀ ਕੀਤੀ ਹੈ ਕਿ ਬਦਲਾਖੋਰੀ ਤਾਂ ਇਹ ਹੁੰਦਾ ਕਿ ਪਹਿਲਾਂ ਤੁਸੀਂ ਉਸ ਤਰ੍ਹਾਂ ਦਾ ਕੁਝ ਕੀਤਾ ਹੋ ਤੇ ਅਗਲਾ ਤਾਂ ਬਦਲਾ ਲੈਂਦਾ। ਸੱਚਮੁੱਚ ਇਹ ਬਿਆਨ ਕਿੱਧਰ ਨੂੰ ਜਾਂਦਾ ਹੈ ਕਿ ਬਦਲਾਖੋਰੀ ਦੀ ਭਾਵਨਾ ਹੈ ਕਿ ਤੁਸੀਂ ਪਹਿਲਾਂ ਇਸ ਤਰ੍ਹਾਂ ਦਾ ਕਿਸੇ ਪਾਰਟੀ ਨਾਲ ਜਾਂ ਸਿਆਸੀ ਪਾਰਟੀਆਂ ਨਾਲ ਕਰਦੇ ਰਹੇ ਹੋ, ਇਹ ਤਾਂ ਬਦਲਾ ਲਿਆ ਜਾ ਰਿਹਾ ਹੈ। ਪ੍ਰੈਸ ਸੰਮੇਲਨ ਨੂੰ ਜਦੋਂ ਸੰਬੋਧਨ ਕੀਤਾ, ਉਹਨਾਂ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਸੀ, ਮਹੇਸ਼ਿੰਦਰ ਸਿੰਘ ਗਰੇਵਾਲ ਸਨ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਸੀ। ਇਹਨਾਂ ਨੇ ਦੋਸ਼ ਲਾਇਆ ਹੈ ਕਿ ਆਪ ਸਰਕਾਰ ਸਾਰੇ ਸਥਾਪਿਤ ਲੋਕਤੰਤਰੀ ਨਿਯਮਾਂ ਅਤੇ ਜੇਲ੍ਹ ਮੈਨੂਅਲ ਦੀ ਉਲੰਘਣਾ ਕਰਕੇ ਮਜੀਠੀਆ ਦੇ ਨਾਲ ਅਣਮਨੁੱਖੀ ਵਿਹਾਰ ਕਰ ਰਹੀ ਹੈ। ਇਹਨਾਂ ਇਹ ਵੀ ਕਿਹਾ ਕਿ ਇੱਕ ਹਵਾਲਾਤੀ ਵਜੋਂ ਜਿਹੜੀਆਂ ਸਹੂਲਤਾਂ ਮਜੀਠੀਆ ਨੂੰ ਮਿਲਣੀਆਂ ਚਾਹੀਦੀਆਂ ਨੇ ਉਹ ਉਹਨੂੰ ਦਿੱਤੀਆਂ ਨਹੀਂ ਜਾ ਰਹੀਆਂ। ਚੰਦੂਮਾਜਰਾ ਕਹਿੰਦੇ ਸਿਰਫ ਤੇ ਸਿਰਫ ਇਹ ਬਦਲਾਖੋਰੀ ਹੈ। ਉਹ ਕਹਿੰਦੇ ਸਿਰਫ ਇਹ ਮਜੀਠੀਆ ਤੱਕ ਵੀ ਸੀਮਿਤ ਨਹੀਂ, ਬਲਕਿ ਆਪ ਸਰਕਾਰ ਪ੍ਰੈਸ ਦੀ ਆਜ਼ਾਦੀ ਨੂੰ ਵੀ ਕੁਚਲਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮਿਸ ਪੰਜਾਬਣ ਮੁਕਾਬਲੇ ਨਾਲ ਸੰਬੰਧਿਤ FIR ਵਿੱਚ ਨਰਿੰਦਰ ਨਾਰਾਇਣਨ ਨੂੰ ਝੂਠਾ ਫਸਾਇਆ ਗਿਆ, ਜਦਕਿ PTC ਦੀ ਮੈਨੇਜਮੈਂਟ ਨੇ ਸਪਸ਼ਟ ਕੀਤਾ ਸੀ ਕਿ ਨੈਂਸੀ ਘੁੰਮਣ ਅਤੇ ਭੁਪਿੰਦਰ ਸਿੰਘ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ। ਇਹਦੇ ਬਾਵਜੂਦ ਵੀ ਪੁਲਿਸ ਨੇ 2 ਮੁੱਖ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ PTC ਦੇ MD ਦੇ ਖਿਲਾਫ ਕਾਰਵਾਈ ਕਰ ਦਿੱਤੀ। ਸਵਾਲ ਪੈਦਾ ਹੁੰਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ FIR ਦਰਜ ਕਿਹਨੇ ਕੀਤੀ? ਕੀ ਆਪ ਸਰਕਾਰ ਨੇ ਕੀਤੀ ਜਾਂ ਚੰਨੀ ਸਰਕਾਰ ਵੇਲੇ ਹੋਈ? ਕੀ 23 ਤਰੀਕ ਤੱਕ ਰਾਹਤ ਸੁਪਰੀਮ ਕੋਰਟ ਨੇ ਦਿੱਤੀ ਸੀ ਜਾਂ ਪੰਜਾਬ ਸਰਕਾਰ ਨੇ ਦਿੱਤੀ ਸੀ? ਕਿ 24 ਫਰਵਰੀ ਨੂੰ ਜਦੋਂ ਸਰੈਂਡਰ ਕੀਤਾ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ, ਅਦਾਲਤ ਦੇ ਹੁਕਮਾਂ ਅਨੁਸਾਰ ਕੀਤਾ ਜਾਂ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ? ਸੱਚਮੁੱਚ ਕਈ ਵਾਰੀ ਅਸੀਂ ਗੱਲ ਨੂੰ ਟਵਿਸਟ ਕਰਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ FIR, ਇਹ ਕੇਸ, ਇਹ ਮੁਕੱਦਮਾ ਕਈ ਸਾਲ ਪੁਰਾਣਾ ਹੈ ਅਤੇ ਇਹ ਸਰਕਾਰ ਤੋਂ ਪਹਿਲਾਂ ਦੀ ਹੋਈ FIR ਨਾਲ ਸੰਬੰਧਿਤ ਹੈ ਅਤੇ ਅਦਾਲਤੀ ਕਾਰਵਾਈ ਦਾ ਉਹ ਸਾਹਮਣਾ ਕਰ ਰਹੇ ਨੇ। ਹੋ ਸਕਦਾ ਉਹ ਬੇਦੋਸ਼ ਸਾਬਤ ਹੋ ਜਾਣ, ਹੋ ਸਕਦਾ ਦੋਸ਼ੀ ਸਾਬਤ ਹੋ ਜਾਣ। ਜੇਲ੍ਹ ਉਹਨਾਂ ਨੂੰ ਅਦਾਲਤ ਨੇ ਭੇਜਿਆ ਹੈ, ਨਾ ਕਿ ਸਰਕਾਰ ਨੇ। ਦੂਸਰੇ ਪਾਸੇ ਉਹ ਕਹਿੰਦੇ ਸਾਡਾ ਨੈਂਸੀ ਘੁੰਮਣ ਜਾਂ ਭੁਪਿੰਦਰ ਦੇ ਨਾਲ ਕੋਈ ਲੈਣ ਦੇਣ ਨਹੀਂ। ਜਿਹੜਾ ਮਿਸ PTC ਮੁਕਾਬਲਾ ਸੀ, ਇਹ ਚੱਲਣਾ ਕਿੱਥੇ ਸੀ? ਕਿੱਥੇ ਚੱਲਣਾ ਸੀ? ਜਿਹੜੀ FIR ਦਰਜ ਹੋਈ ਹੈ, ਕਿ ਉਹਦੇ ਵਿੱਚ PTC ਦੇ ਪ੍ਰਬੰਧਕਾਂ ਦਾ ਜ਼ਿਕਰ ਹੈ ਜਾਂ ਨਹੀਂ? ਸ਼੍ਰੋਮਣੀ ਅਕਾਲੀ ਦਲ ਕਿਰਪਾ ਕਰਕੇ ਇਹਨਾਂ ਸਵਾਲਾਂ ਦਾ ਵੀ ਜਵਾਬ ਦੇਵੇ। ਪਰ ਮੈਨੂੰ ਲੱਗਦਾ ਕਿ ਸੱਚਮੁੱਚ ਇਸ ਪ੍ਰਾਈਵੇਟ ਚੈਨਲ ਦੇ ਗਲੇ ਦੀ ਹੱਡੀ ਬਣ ਗਿਆ ਕੇਸ, ਕਿਉਂਕਿ ਦੂਸਰੇ ਪਾਸੇ ਲੋਕਾਂ ਦੀ ਲਗਾਤਾਰ ਮੰਗ ਉੱਠ ਰਹੀ ਹੈ ਕਿ ਦਰਬਾਰ ਸਾਹਿਬ ਤੋਂ ਹੋ ਰਿਹਾ ਸਿੱਧਾ ਪ੍ਰਸਾਰਣ ਇਸ ਚੈਨਲ ਤੋਂ ਬੰਦ ਕੀਤਾ ਜਾਵੇ। ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਆਖ ਦਿੱਤਾ ਸੀ ਕਿ ਜਿੰਨੀ ਦੇਰ ਤੱਕ ਸਾਨੂੰ ਚੈਨਲ ਦੀ ਪ੍ਰਵਾਨਗੀ ਨਹੀਂ ਮਿਲਦੀ, ਉਨੀ ਦੇਰ ਤੱਕ SGPC ਆਪਣਾ YouTube ਚੈਨਲ ਬਣਾ ਕੇ ਉਹਦੇ ਉੱਤੇ ਗੁਰਬਾਣੀ ਪ੍ਰਸਾਰਣ ਕਰੇਗੀ। ਪਰ ਆ ਮਿਸ ਪੰਜਾਬਣ ਮੁਕਾਬਲਾ, ਮੈਂ ਜਿਸ ਤਰ੍ਹਾਂ ਕਹਿ ਰਿਹਾ ਕਿ ਗਲੇ ਦੀ ਹੱਡੀ ਕਿਉਂ ਬਣ ਰਿਹਾ ਹੈ? ਇਸ ਮੁਕਾਬਲੇ ਦੇ ਵਿੱਚ ਇੱਕ ਭਾਗ ਲੈਣ ਗਈ ਸੀ ਮੁਟਿਆਰ। ਉਹਦੇ ਕਥਿਤ ਦੋਸ਼ਾਂ ਤੋਂ ਬਾਅਦ PTC ਚੈਨਲ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਦੱਸਣਾ ਬਣਦਾ ਹੈ ਕਿ ਮੁਕਾਬਲੇ ਦੇ ਵਿੱਚ ਭਾਗ ਲੈਣ ਵਾਲੀ ਮੁਟਿਆਰ ਨੇ ਕਥਿਤ ਤੌਰ ਤੇ ਦੋਸ਼ ਲਗਾਏ ਸੀ ਕਿ ਉਹਨੂੰ ਬੰਦੀ ਬਣਾਇਆ ਗਿਆ, ਬੰਦੀ ਬਣਾ ਕੇ ਰੱਖਣ ਦੇ ਦੋਸ਼ ਨੇ, ਜਿਣਸੀ ਸ਼ੋਸ਼ਣ ਦੇ ਦੋਸ਼ ਨੇ। ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਬੀਤੇ ਦਿਨੀ PTC ਦੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਨਾਰਾਇਣਨ ਨੂੰ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਸੀ। ਨਾਰਾਇਣਨ ਦਾ 3 ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਕੱਲ ਉਹਨਾਂ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਰਵਿੰਦਰ ਨਾਰਾਇਣਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ, ਮਾਮਲੇ 'ਚ ਨਾਮਜ਼ਦ ਨੈਂਸੀ ਘੁੰਮਣ ਅਤੇ ਉਹਦੇ ਪਤੀ ਭੁਪਿੰਦਰ ਸਿੰਘ ਮਿਸ ਪੰਜਾਬਣ ਮੁਕਾਬਲਾ 2022-23 ਦੀ ਸਹਾਇਕ ਡਾਇਰੈਕਟਰ ਨਿਹਾਰਕਾ ਜੈਨ, ਨਾਲ ਹੀ ਹੋਟਲ ਦੇ MD ਲਕਸ਼ਮਣ ਅਤੇ 2 ਦਰਜਨ ਤੋਂ ਵੱਧ ਹੋਰ ਅਣਪਛਾਤੇ ਵਿਅਕਤੀ ਵੀ ਇਹਦੇ ਵਿੱਚ ਨਾਮਜ਼ਦ ਨੇ। ਪਰ ਹਾਲੇ ਤੱਕ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਅਤੇ ਪੁਲਿਸ ਨੇ ਦੱਸਿਆ ਕਿ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੋਹਾਲੀ ਪੁਲਿਸ ਨੇ ਅਦਾਲਤ ਦੇ ਵਿੱਚ ਕਈ ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ ਸੀ ਕਿ ਇਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਵੇ। ਪ੍ਰਮਾਣਯੋਗ ਅਦਾਲਤ ਨੇ ਉਹਨਾਂ ਦੀਆਂ ਪਟੀਸ਼ਨਾਂ, ਉਹਨਾਂ ਦੀਆਂ ਅਰਜ਼ੀਆਂ ਮੁੱਢੋਂ ਖਾਰਜ ਕਰ ਦਿੱਤੀਆਂ ਨੇ। ਤੇ ਹੁਣ ਇਹ ਵੀ ਪਤਾ ਲੱਗਿਆ ਕਿ ਇਹ ਬਹੁਤ ਚਰਚਿਤ ਮਾਮਲੇ ਦੀ ਜਾਂਚ ਦੇ ਦੌਰਾਨ ਪੀੜਤ ਲੜਕੀ ਦਾ CRPC ਦੀ ਧਾਰਾ 164 ਦੇ ਤਹਿਤ ਬਿਆਨ ਦਰਜ ਕਰ ਲਿਆ ਗਿਆ
ਅਤੇ ਫਰਾਰ ਮੁਲਜ਼ਮਾਂ ਨੂੰ ਫੜਨ ਵਾਸਤੇ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ। ਮਿਸ ਪੰਜਾਬਣ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲੀ ਮੁਟਿਆਰ ਦੇ ਪਿਤਾ ਨੇ ਆਖਿਆ ਸੀ ਕਿ ਉਹਨਾਂ ਦੀ ਧੀ ਤੇ ਕਥਿਤ ਤੌਰ ਤੇ ਗੈਰ ਕਾਨੂੰਨੀ ਕੰਮ ਕਰਨ ਲਈ ਦਬਾਅ ਪਾਇਆ ਗਿਆ ਸੀ, ਉਹਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਹਦੀ ਲੜਕੀ ਦੀ ਰਿਹਾਈ ਵਾਸਤੇ ਉਹਨਾਂ ਕੋਲੋਂ 50 ਲੱਖ ਰੁਪਏ ਮੰਗਣ ਦੇ ਕਥਿਤ ਦੋਸ਼ ਵੀ ਲੱਗੇ ਸੀ ਅਤੇ ਉਹਨਾਂ ਦੋਸ਼ਾਂ ਦੇ ਅਧੀਨ ਹੀ ਪੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਨਾਰਾਇਣਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਰਾਰ ਮੁਲਜ਼ਮਾਂ ਨੂੰ ਭਗੌੜਾ ਕਰਾਰ ਦੇਣ ਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਅਰਜ਼ੀਆਂ ਅਦਾਲਤ ਨੇ ਹਾਲ ਦੀ ਘੜੀ ਰੱਦ ਕਰ ਦਿੱਤੀਆਂ ਨੇ। ਪਰ ਉਸ ਮੁਟਿਆਰ ਨੇ ਇਹ ਦੋਸ਼ ਵੀ ਲਗਾਏ ਸੀ ਕਿ ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਵੀ ਹੋਈਆਂ, ਗੁਪਤ ਕੈਮਰੇ ਦੇ ਰਾਹੀਂ ਉਹਨਾਂ ਦੀਆਂ ਅਸ਼ਲੀਲ ਫੋਟੋਆਂ ਵੀ ਖਿੱਚੀਆਂ ਗਈਆਂ, ਉਹਨਾਂ ਨੂੰ ਵੱਡੇ ਵੱਡੇ ਆਗੂਆਂ ਦੇ ਅੱਗੇ ਪਰੋਸਣ ਦੇ ਲਈ ਵੀ ਆਖਿਆ ਜਾ ਰਿਹਾ ਸੀ, ਦਬਾਅ ਬਣਾਇਆ ਜਾ ਰਿਹਾ ਸੀ, ਘਰਦਿਆਂ ਨਾਲ ਉਹਨਾਂ ਦੀ ਗੱਲਬਾਤ ਕਰਨ ਤੋਂ ਉਹਨਾਂ ਨੂੰ ਆਖਿਆ ਜਾ ਸੀ, ਵਰਜਿਆ ਜਾ ਰਿਹਾ ਸੀ ਤੇ ਨਾਲ ਉਹਨਾਂ ਨੂੰ ਨਸ਼ੀਲਾ ਪਦਾਰਥ ਵੀ ਪਿਲਾਇਆ ਜਾ ਰਿਹਾ ਸੀ। ਪਰ ਦੂਸਰੇ ਪਾਸੇ ਪੀਟੀਸੀ ਦਾ ਕਹਿਣਾ ਸੀ ਕਿ ਇੱਕੋ ਹੀ ਮੁਟਿਆਰ ਨੂੰ ਇਤਰਾਜ਼ ਕਿਉਂ, ਬਾਕੀਆਂ ਨੂੰ ਕਿਉਂ ਨਹੀਂ। ਪਰ ਉਹਨੇ ਆਖਿਆ ਸੀ ਕਿ ਮੈਂ ਸਮਝੌਤਾ ਨਹੀਂ ਕਰ ਸਕਦੀ। ਹੋ ਸਕਦਾ ਹੈ ਅਸੀਂ ਕਿਸੇ ਬਾਬਤ ਕੁਝ ਨਹੀਂ ਕਹਿਣਾ ਚਾਹੁੰਦੇ, ਉਹਦਾ ਕਹਿਣਾ ਸੀ, ਪਰ ਜੋ ਮੈਨੂੰ ਗਲਤ ਲੱਗਿਆ ਮੈਂ ਆਪਣੀ ਗੱਲ ਰੱਖ ਦਿੱਤੀ ਹੈ। ਉਸੇ ਚੀਜ਼ ਨੂੰ ਆਧਾਰ ਬਣਾ ਕੇ ਰਵਿੰਦਰ ਨਾਰਾਇਣਨ ਜੀ ਦੀ ਗ੍ਰਿਫਤਾਰੀ ਹੋਈ ਸੀ ਅਤੇ ਹੁਣ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ 14 ਦਿਨਾਂ ਵਾਸਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੀਟੀਸੀ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਨੇ, ਘਟਣ ਦੀ ਬਜਾਏ। ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ, ਜਿਸ ਤਰ੍ਹਾਂ ਪੀਟੀਸੀ ਵਾਲੇ ਕਹਿੰਦੇ ਆ ਕਿ ਅਸੀਂ ਬੇਕਸੂਰ ਹਾਂ, ਕੀ ਮਾਣਯੋਗ ਅਦਾਲਤ ਦੇ ਵਿੱਚੋਂ ਬੇਕਸੂਰ ਸਿੱਧ ਹੁੰਦੇ ਨੇ ਜਾਂ ਦੋਸ਼ੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।